ਕੋਸ਼ਿਸ਼ ਇਹੀ ਸੀ ਕਿ ਵਧੀਆ ਤੋਂ ਵਧੀਆ ਕੀਤਾ ਜਾਵੇ ਔਰ ਜਿੰਨਾ ਹੋ ਸਕਦਾ ਆ ਜਿੰਨੀ ਮਿਹਨਤ ਹੋ ਸਕਦੀ ਹੈ ਪਹਿਲਾਂ ਪ੍ਰੈਪਰੇਸ਼ਨ ਜਿਹੜੀ ਉਹ ਕਰ ਲਈ ਜਾਏ ਤਾਂ ਕਿ ਸੈੱਟ ਤੇ ਜਾ ਕੇ ਬਾਅਦ ਚੋਂ ਆਸਾਨ ਹੋ ਜਾਏ। ਚੀਜ਼ 'ਚ ਜਿੰਨੀ ਜ਼ਿਆਦਾ ਪ੍ਰੈਕਟਿਸ ਲਗਾਵਾਂਗੇ ਉਨੇ ਤੁਸੀਂ ਤਰਾਸ਼ੇ ਜਾਓਗੇ। ਤੋ ਇਹਦੇ ਲਈ ਵੀ ਆਫਕੋਰਸ ਨੋ ਡਾਊਟ ਇਹਦੇ ਲਈ ਵੀ ਵਾਲੀਬਾਲ ਲਈ ਵੀ ਪ੍ਰੈਕਟਿਸ ਕਰਨੀ ਪਈ ਆ। ਤੇ ਮਾਈਂਡ ਦੀ ਜਿਹੜੀ ਸਪੇਸ ਹੈ ਨਾ ਕਾਫੀ ਘੇਰ ਲੈਂਦੀ ਹੈ ਇਹ ਚੀਜ਼, ਕਿਉਂਕਿ ਇੰਨੇ ਤਰ੍ਹਾਂ ਦੀਆਂ ਪਰਸਨੈਲਿਟੀਜ਼ ਤੁਸੀਂ ਦਿਮਾਗ 'ਚ ਰੱਖਣੀਆਂ, ਪਲੇ ਕਰਨੀਆਂ, ਫਿਰ ਕੱਢ ਦੇਣੀਆਂ, ਫਿਰ ਨੈਕਸਟ ਨਵੀਂ ਪਰਸਨੈਲਿਟੀ ਹੈ ਨਾ, ਨਵਾਂ ਕੈਰੈਕਟਰ। ਤੇ ਇਹਦੇ 'ਚ ਤੇ ਹੈ ਵੀ ਦੋ ਨੇ ਪਹਿਲਾਂ ਕਾਲਜ, ਫਿਰ ਬਾਅਦ 'ਚੋਂ ਮੈਰਿਡ ਵਾਲੀ ਲਾਈਫ, ਇੱਕ ਉਹ ਅਲੱਗ ਸ਼ੇਡ ਆ, ਵੈਰੀ ਇੰਟੈਂਸ, ਇਮੋਸ਼ਨਲ, ਪਾਵਰਫੁਲ। ਲਈ ਸੁਚੇਤ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕੀ ਹੋ ਰਿਹਾ, ਕਿੱਦਾਂ ਤੁਸੀਂ ਮਦਦ ਕਰ ਸਕਦੇ ਹੋ, ਅਗਰ ਧਰਨੇ ਲੱਗ ਰਹੇ ਆ ਜਾਂ ਕਿਸੇ ਤਰ੍ਹਾਂ ਦੀ ਵੀ ਹੈਲਪ ਤੁਸੀਂ ਕਰ ਸਕਦੇ ਹੋ। ਇਹ ਅਵੇਅਰਨੈਸ ਫੈਲਾਉਣ ਵਾਸਤੇ ਬਾਕੀ ਲੋਕਾਂ ਨੂੰ ਜਿਹੜੇ ਕਿਸਾਨ ਨਹੀਂ ਵੀ ਆ, ਤੇ ਤੁਸੀਂ ਆਪਣਾ ਪਾਰਟ ਜ਼ਰੂਰ ਪਲੇ ਕਰੋ। ਤੇ ਅਸੀਂ ਜਿੰਨਾ ਹੋ ਸਕਦਾ ਆ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਹ ਚੀਜ਼ ਨੂੰ ਸਪੋਰਟ ਕਰੀਏ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਐਂਡ ਬਾਲੀਵੁੱਡ ਤੜਕਾ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਨੇਹਾ ਮਨਹਾਸ ਔਰ ਮੇਰੇ ਨਾਲ ਇੱਥੇ ਬਹੁਤ ਹੀ ਬਿਊਟੀਫੁਲ ਐਕਟਰੈਸ ਔਰ ਬਹੁਤ ਟੈਲੈਂਟਡ ਐਕਟਰੈਸ ਜਪਜੀ ਖਹਿਰਾ ਇੱਥੇ ਮੌਜੂਦ ਨੇ। ਜਪਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਡਾਕੂਆਂ ਦਾ ਮੁੰਡਾ 2 ਜਿਹੜੀ ਹੈ ਇਹਦਾ ਪੋਸਟਰ ਅੱਜ ਜਿਹੜਾ ਰਿਵੀਲ ਕੀਤਾ ਗਿਆ ਹੈ ਔਰ ਜਿਹੜੀ ਸ਼ੂਟਿੰਗ ਅਜੇ ਸਟਾਰਟ ਹੋਣੀ ਹੈ। ਸੋ ਤੁਸੀਂ ਇਸ ਫਿਲਮ ਦੇ ਨਾਲ ਹੁਣ ਜੁੜੇ ਹੋ, ਮੈਂ ਕਰੈਕਟਰ ਬਾਰੇ ਥੋੜਾ ਜਿਹਾ ਅਗਰ ਹੁਣ ਦੱਸ ਸਕਦੇ ਹੋ ਪਲੀਜ਼, ਮੈਂ ਜਾਣਨਾ ਚਾਹਾਂਗੀ। ਕੈਰੈਕਟਰ ਬਾਰੇ ਜੀ ਇਹਦੇ 'ਚ ਮੈਂ ਵਾਲੀਬਾਲ ਪਲੇਅਰ ਪਲੇ ਕਰ ਰਹੀ ਹਾਂ ਤੇ ਕਾਲਜ ਦੀ ਕੁੜੀ ਦਾ ਵੀ ਹੈ ਔਰ ਫਿਰ ਬਾਅਦ ਵਿੱਚ ਇੱਕ ਕਿਹਨੂੰ ਕਹਿੰਦੇ ਨੇ ਘਰੇਲੂ ਜੀ ਕੁੜੀ, ਮੈਰਿਡ ਵੂਮਨ, ਉਹਦਾ ਵੀ ਹੈ। ਸੋ ਜਦੋਂ ਇਹ ਸ਼ਿਫਟ ਹੁੰਦਾ ਹੈ ਤੇ ਉਹ ਕਿੰਨਾ ਬਿਊਟੀਫੁਲੀ ਉਹ ਕੈਰੈਕਟਰ ਜਿਹੜਾ ਇੱਕ ਕਾਲਜ ਦੀ ਕੁੜੀ ਜਿਹੜੀ ਆ ਉੱਥੋਂ ਉਹ ਵਾਲੀਬਾਲ ਦੀ ਪਲੇਅਰ ਜੋ ਕਿ ਆਪਣੇ ਆਪ ਨੂੰ ਸਮਝਦੀ ਸੀ, ਉਹਦੀ ਲਾਈਫ ਕਿੱਦਾਂ ਚੇਂਜ ਹੁੰਦੀ ਆ। ਫਿਰ ਉਹ ਮੇਰਾ ਜਿਹੜਾ ਕੈਰੈਕਟਰ ਉਹ ਇਹ ਚੀਜ਼ 'ਤੇ ਬੇਸਡ ਆ। ਔਰ ਜਦੋਂ ਮੇਰਾ ਹਸਬੈਂਡ ਜਾਂ ਇਨਫੈਕਟ ਮੇਰਾ ਬॉयਫ੍ਰੈਂਡ ਵੀ ਜਦੋਂ ਕਾਲਜ 'ਚ ਹੁੰਦਾ, ਉਹ ਅਗਰ ਕੋਈ ਡਿਸੀਜਨ ਬਣਾਉਂਦਾ ਹੈ ਤਾਂ ਉਹ ਮੇਰੇ 'ਤੇ ਕਿੱਦਾਂ ਇੰਪੈਕਟ ਹੁੰਦਾ ਜਾਂ ਮੇਰੇ ਨਾਲ ਜੁੜੇ ਹੋਏ ਇਨਫੈਕਟ ਉਹਦੀ ਖੁਦ ਦੀ ਫੈਮਿਲੀ 'ਤੇ ਵੀ ਕਿੱਦਾਂ ਇੰਪੈਕਟ ਹੁੰਦਾ ਆ। ਸੋ ਉਹਦੇ ਡਿਸੀਜਨ ਲਏ ਦਾ। ਸੋ ਕਾਫੀ ਸਾਰੀਆਂ ਚੀਜ਼ਾਂ ਨੇ। ਇਹ ਤਾਂ ਇੱਕ ਮੈਂ ਛੋਟਾ ਜਿਹਾ ਤੁਹਾਨੂੰ ਦੱਸਿਆ ਆਪਣੇ ਕੈਰੈਕਟਰ ਬਾਰੇ ਰਫਲੀ, ਐਂਡ ਬਹੁਤ ਕੁਝ ਨਵਾਂ ਕਰਨ ਨੂੰ ਮਿਲੇਗਾ ਇਹਦੇ ਵਿੱਚ ਓਬਵੀਅਸਲੀ। ਔਰ ਮੈਂ ਤਾਂ ਹੀ ਦੇਖ ਰਹੀ ਸੀ ਕਿ ਸੋਸ਼ਲ ਹੈਂਡਲ ਤੇ ਤੁਸੀਂ ਮਿਹਨਤਾਂ ਬਹੁਤ ਲਾ ਰਹੇ ਹੋ ਨਾ, ਵਰਕਆਊਟ ਪ੍ਰੋਪਰ ਇਸ ਚੀਜ਼ ਦੇ ਲਈ, ਇਸ ਕਰੈਕਟਰ ਦੇ ਲਈ। ਜੀ ਬਿਲਕੁਲ। ਇਸ ਕੈਰੈਕਟਰ ਦੇ ਲਈ ਕੋਸ਼ਿਸ਼ ਇਹੀ ਸੀ ਕਿ ਵਧੀਆ ਤੋਂ ਵਧੀਆ ਕੀਤਾ ਜਾਵੇ ਔਰ ਜਿੰਨਾ ਹੋ ਸਕਦਾ ਆ ਜਿੰਨੀ ਮਿਹਨਤ ਹੋ ਸਕਦੀ ਹੈ ਪਹਿਲਾਂ ਪ੍ਰੈਪਰੇਸ਼ਨ ਜਿਹੜੀ ਉਹ ਕਰ ਲਈ ਜਾਏ ਤਾਂ ਕਿ ਸੈੱਟ ਤੇ ਜਾ ਕੇ ਬਾਅਦ ਚੋਂ ਆਸਾਨ ਹੋ ਜਾਏ। ਤੋ ਨੋ ਡਾਊਟ ਵਾਲੀਬਾਲ ਖੇਡਦੀ ਹੈ ਕੁੜੀ ਤਾਂ ਫਿਟ ਤਾਂ ਫਿਰ ਓਬਵੀਅਸਲੀ ਸ਼ੀ ਹੈਜ਼ ਟੂ ਬੀ, ਹੈ ਨਾ। ਐਂਡ ਨਾਲ ਦੀ ਨਾਲ ਜਦੋਂ ਇਹ ਸ਼ੁਰੂ ਹੋਇਆ ਸੀ ਕੀ ਕਹਿੰਦੇ ਆ ਇਹਦੀਆਂ ਪ੍ਰੈਪਰੇਸ਼ਨਸ ਬਹੁਤ ਪਹਿਲਾਂ ਮਾਰਚ ਜਦੋਂ ਲੋਕਡਾਊਨ ਲੱਗਾ ਤੇ ਉਦੋਂ ਥੋੜ੍ਹਾ ਜਿਹਾ ਔਖਾ ਹੋ ਗਿਆ ਸੀ ਕਿ ਹੁਣ ਕਿੱਦਾਂ ਫਿਟ ਰਹਿਣਾ ਹੈ ਜਾਂ ਹੁਣ ਕਿੱਦਾਂ ਪ੍ਰੈਕਟਿਸ ਚੱਲੇਗੀ। ਤੋ ਉਹਦੇ ਵਿੱਚ ਵੀ ਉਹਦੇ ਦੌਰਾਨ ਵੀ ਕਾਫੀ ਵਰਕਆਊਟ ਕਰਨ ਦੀ ਕੋਸ਼ਿਸ਼ ਕੀਤੀ ਆ, ਬਟ ਜਦੋਂ ਤੇ ਜਿਮ ਖੁੱਲੇ ਸਾਹ ਆਇਆ ਸੱਚੀ। ਅੱਛਾ, ਇਸ ਫਿਲਮ ਦੇ ਵਿੱਚ ਤਾਂ ਤੁਸੀਂ ਇੱਕ ਵਾਲੀਬਾਲ ਪਲੇਅਰ ਹੋ, ਜੋ ਕਰੈਕਟਰ ਤੁਸੀਂ ਪਲੇ ਕਰੋਗੇ। ਵੈਸੇ ਕਿਹੜੀ ਗੇਮ ਖੇਡਣਾ ਪਸੰਦ ਕਰਦੇ ਹੋ? ਇਸ ਵਾਲੀਬਾਲ ਦੇ ਇੱਕ ਪਲੇਅਰ ਬਣਨ ਦੇ ਲਈ ਕਿੰਨੀ ਮਿਹਨਤ ਕਰਨੀ ਪਈ? ਸੀ ਪ੍ਰੈਕਟਿਸ practice makes a man perfect, so ਪ੍ਰੈਕਟਿਸ ਤਾਂ ਹਰ ਚੀਜ਼ ਦੀ। ਹੁਣ ਐਕਟਿੰਗ ਕਰਨੀ ਹੈ ਉਹਦੀ ਵੀ ਅਸੀਂ ਰਿਹਰਸਲ ਕਰਦੇ ਹਾਂ ਕਈ ਵਾਰੀ ਬੋਲ ਕੇ, ਕਈ ਵਾਰੀ ਸ਼ੀਸ਼ੇ ਦੇ ਸਾਹਮਣੇ। ਤੋ ਹਰ ਚੀਜ਼ 'ਚ ਜਿੰਨੀ ਜ਼ਿਆਦਾ ਪ੍ਰੈਕਟਿਸ ਲਗਾਵਾਂਗੇ ਉਨੇ ਤੁਸੀਂ ਤਰਾਸ਼ੇ ਜਾਓਗੇ। ਤੋ ਇਹਦੇ ਲਈ ਵੀ ਆਫਕੋਰਸ ਨੋ ਡਾਊਟ ਇਹਦੇ ਲਈ ਵੀ ਵਾਲੀਬਾਲ ਲਈ ਵੀ ਪ੍ਰੈਕਟਿਸ ਕਰਨੀ ਪਈ ਆ। ਐਂਡ ਔਨ ਸੈੱਟ ਵੀ ਅਸੀਂ ਹੁਣ ਜਦੋਂ ਜਾਣਾ ਹੈ, ਜਦੋਂ ਟਾਈਮ ਮਿਲਿਆ ਕਰਨਾ, ਸਰ ਹੁਣੇ ਦੱਸ ਰਹੇ ਸੀ ਕਿ ਉਦੋਂ ਵੀ 2 ਘੰਟੇ ਸ਼ੂਟ ਕਰਨ ਤੋਂ ਬਾਅਦ, ਜਿੱਦਾਂ 2-3 ਸੀਨ ਸ਼ੂਟ ਕੀਤੇ ਆ, ਅਤੇ ਉਸ ਤੋਂ ਬਾਅਦ ਜਿਹੜਾ ਟਾਈਮ ਮਿਲਦਾ ਘੰਟਾ 2 ਘੰਟੇ ਤੁਸੀਂ ਦਿਓ ਵਾਲੀਬਾਲ ਨੂੰ ਤਾਂ ਕਿ ਕਲੀਨ ਲੱਗੇ ਸਕਰੀਨ 'ਤੇ। ਜੀ ਜਬ ਜੀ, ਮੈਨੂੰ ਲੱਗਦਾ ਕਿ ਤੁਸੀਂ ਇੱਕ ਅਜਿਹੇ ਫੀਮੇਲ ਐਕਟਰਸ ਹੋ, ਇੱਕ ਐਕਟਰ ਹੋ ਪੰਜਾਬੀ ਇੰਡਸਟਰੀ ਵਿੱਚ ਜਿਨ੍ਹਾਂ ਨੇ ਹਰ ਕਿਰਦਾਰ ਵੱਖਰਾ ਨਿਭਾਇਆ ਹੈ। ਅਸੀਂ ਦੇਖਦੇ ਹਾਂ ਕਿ ਇੱਕ ਫਿਲਮ ਦੇ ਵਿੱਚ ਜਬ ਜੀ ਕੁਝ ਹੋਰ ਪੋਰਟਰੇ ਕਰ ਰਹੀ ਹੈ ਨਾ, ਅਗਲੀ ਫਿਲਮ ਦੇ ਵਿੱਚ ਕੁਝ ਹੋਰ, ਕਦੀ ਸੇਮ ਚੀਜ਼ ਨਹੀਂ ਤੁਸੀਂ ਜਿਹੜੀ ਦਰਸ਼ਕਾਂ ਨੂੰ ਦਿੱਤੀ ਹੈ। ਸੋ ਹਰ ਚੀਜ਼ ਦੇ ਨਾਲ ਜੁੜਨਾ ਵੀ ਬਹੁਤ ਔਖਾ ਹੋ ਜਾਂਦਾ ਹੈ, ਰਾਈਟ? ਇੱਕ ਕਰੈਕਟਰ ਨੂੰ ਆਪਣੇ ਅੰਦਰ ਲੈ ਕੇ ਆਉਣਾ ਵੀ ਬੜਾ ਔਖਾ ਹੈ। ਸੋ ਕਿੰਨਾ ਕੁ ਬੀਇੰਗ ਮਤਲਬ ਆਪਣੀ ਮੈਂਟਲ ਹੈਲਥ ਲਈ ਕਿੰਨਾ ਕੁ ਔਖਾ ਹੋ ਜਾਂਦਾ ਯਾਰ? ਅੱਛਾ ਠੀਕ ਹੈ, ਮੈਂ ਹੁਣ ਇਹ ਕਰੈਕਟਰ ਪਲੇ ਕਰ ਲਿਆ, ਹੁਣ ਮੈਂ ਇਸ ਤਰ੍ਹਾਂ ਚਾਹੇ ਗੈਪ ਮਿਲਦਾ ਬਟ ਮੈਂ ਕਿਸ ਤਰ੍ਹਾਂ ਅਗਲੇ ਕਰੈਕਟਰ ਵਿੱਚ ਜਾਊਂਗੀ। ਇਟ ਡਜ਼ ਟੇਕ ਅ ਲੋਟ ਆਫ ਆਈ ਥਿੰਕ ਕਾਫੀ
ਤੁਹਾਡੇ ਮਾਈਂਡ ਦੀ ਜਿਹੜੀ ਸਪੇਸ ਹੈ ਨਾ ਕਾਫੀ ਘੇਰ ਲੈਂਦੀ ਹੈ ਇਹ ਚੀਜ਼, ਕਿਉਂਕਿ ਇੰਨੇ ਤਰ੍ਹਾਂ ਦੀਆਂ ਪਰਸਨੈਲਿਟੀਜ਼ ਤੁਸੀਂ ਦਿਮਾਗ 'ਚ ਰੱਖਣੀਆਂ, ਪਲੇ ਕਰਨੀਆਂ, ਫਿਰ ਕੱਢ ਦੇਣੀਆਂ, ਫਿਰ ਨੈਕਸਟ ਨਵੀਂ ਪਰਸਨੈਲਿਟੀ ਹੈ ਨਾ, ਨਵਾਂ ਕੈਰੈਕਟਰ। ਤੇ ਇਹਦੇ 'ਚ ਤੇ ਹੈ ਵੀ ਦੋ ਨੇ, ਪਹਿਲਾਂ ਕਾਲਜ, ਫਿਰ ਬਾਅਦ 'ਚੋਂ ਮੈਰਿਡ ਵਾਲੀ ਲਾਈਫ, ਇੱਕ ਉਹ ਅਲੱਗ ਸ਼ੇਡ ਆ, ਵੈਰੀ ਇੰਟੈਂਸ, ਇਮੋਸ਼ਨਲ, ਪਾਵਰਫੁਲ। ਔਰ ਕਾਲਜ ਵਾਲੇ ਵੀ ਇੱਦਾਂ ਹੀ ਸੇਮ ਨੇ। ਤੇ ਮੈਂਟਲ ਹੈਲਥ ਤੇ ਡਜ਼ ਅਫੈਕਟ, ਡਿਪੈਂਡ ਕਰਦਾ ਤੁਸੀਂ ਕਿੰਨੇ ਕੁ ਸੈਂਸਿਟਿਵ ਹੋ। ਮੈਨੂੰ ਲੱਗਦਾ ਅਕਸਰ ਜਿਹੜੇ ਐਕਟਰਸ ਹੁੰਦੇ ਸੈਂਸਿਟਿਵ ਹੀ ਹੁੰਦੇ ਆ, ਸੈਂਸਿਟਿਵ ਹੋਗੇ ਤਾਂ ਹੀ ਰਿਐਕਸ਼ਨ ਆਏਗਾ ਨਾ। ਤਾਂ ਅਗਰ ਰਿਐਕਸ਼ਨ ਹੀ ਨਹੀਂ ਹੈਗਾ ਕਿਸੇ ਚੀਜ਼ ਲਈ ਤਾਂ ਉਹ ਫਿਰ ਸਕਰੀਨ ਤੇ ਪਤਾ ਲੱਗ ਜਾਂਦਾ, ਇਮੋਸ਼ਨਸ ਨਹੀਂ, ਐਕਸਪ੍ਰੈਸ਼ਨਸ ਨਹੀਂ ਸ਼ੋ ਹੁੰਦੇ। ਤੇ ਦੈਟ ਇਜ਼ ਦ ਥਿੰਗ ਟੂ ਵਰਕ ਹਾਰਡ ਔਨ ਦੈਟ। ਸੋ ਦੇਵ ਉਹਨਾਂ ਨਾਲ ਜਦੋਂ ਇਹ ਕਿਸਾਨਾਂ ਦਾ ਅਸੀਂ ਦੇਖਿਆ ਹਜੇ ਵੀ ਜਿਹੜੇ ਧਰਨੇ ਲੱਗ ਰਹੇ ਹੈ, ਬਟ ਅਸੀਂ ਦੇਖਿਆ ਕਿ ਜਦੋਂ ਇਹ ਸ਼ੁਰੂ ਹੋਇਆ ਤੁਸੀਂ ਵੀ ਔਰ ਦੇਵ ਨੇ ਵੀ ਇੱਕ ਰੈਲੀ ਕੱਢੀ ਸੀਗੀ ਪ੍ਰੋਪਰ, ਹੈ ਨਾ, ਤੁਸੀਂ ਪੰਜਾਬ ਦੇ ਬਹੁਤ ਇਲਾਕਿਆਂ ਵਿੱਚ ਗਏ ਸੀਗੇ ਉੱਥੇ। ਸੋ ਮੈਂ ਇਸ ਤੇ ਥੋੜਾ ਜਿਹਾ ਆਉਂਗੀ ਹੁਣ ਫਿਲਮ ਤੋਂ ਥੋੜਾ ਜਿਹਾ ਬਾਹਰ ਨਿਕਲ ਕੇ। ਸੋ ਹੁਣ ਪੰਜਾਬ ਦੇ ਹਾਲਾਤਾਂ ਨੂੰ ਜਬ ਜੀ ਕਿਸ ਤਰ੍ਹਾਂ ਵੇਖਦੇ ਹੈ? ਕੀ ਲੱਗਦਾ ਹੈ ਕਿ ਜੋ ਦਿੱਲੀ ਇਸ ਵੇਲੇ ਬੇਦਿਲ ਹੋਈ ਪਈ ਹੈ ਉੱਤੇ ਕੋਈ ਅਸਰ ਪੈ ਰਿਹਾ ਹੈ? ਹਾਂ, ਦੇਖੋ ਆਪਾਂ ਜ਼ੋਰ ਤਾਂ ਸਾਰੇ ਲਾ ਰਹੇ ਹਾਂ, ਜਿੰਦ ਜਾਨ ਦਾ ਜ਼ੋਰ ਲਾ ਰਹੇ ਹਾਂ, ਔਰ ਲਾਇਆ ਵੀ ਆ। ਬਹੁਤ ਸਾਰੇ ਲੋਕ ਅਜੇ ਵੀ ਜੁੜੇ ਨੇ, ਬਹੁਤ ਸਾਰੇ ਸੈਲੀਬ੍ਰਿਟੀਜ਼ ਅਜੇ ਵੀ ਜੁੜੇ ਨੇ। ਤੋ ਇਹ ਗੱਲ ਜੋੜਦੀ ਹੀ ਹੈ ਆ। ਆਪਾਂ ਜਦੋਂ ਇੱਕਮਿਕ ਹੋ ਕੇ ਇੱਕ ਪਾਵਰਫੁਲ ਸਾਹਮਣੇ ਵਾਲੇ ਵਾਸਤੇ ਆਪਾਂ ਇੰਨੇ ਪਾਵਰਫੁਲ ਹੋ ਜਾਾਂਗੇ, ਉਹ ਕਿੱਦਾਂ ਹੋ ਸਕਦੇ? ਇਕਜੁੱਟ ਹੋ ਕੇ ਹੀ ਹੋ ਸਕਦੇ ਹਾਂ। ਤਾਂ ਇਹੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹ ਚੀਜ਼ ਜਿਹੜੀ ਹੈ ਟੁੱਟ ਜਾਵੇ, ਗਰੁੱਪਿਜ਼ਮ, ਆਲ ਦੈਟ ਹੋਇਆ ਵੀ ਹੈ ਬਹੁਤ ਕੁਛ ਵਿੱਚੋਂ, ਬਟ ਡਟੇ ਰਹਿਣ ਵਾਲੀ ਗੱਲ ਹੈਗੀ ਆ ਇਹ। ਐਂਡ ਆਈ ਐਮ ਸ਼ੋਰ ਵੀ ਵਿਲ ਵਿਨ, ਵੀ ਹੈਵ ਟੂ ਵਿਨ ਯਾਰ, ਵੀ ਹੈਵ ਟੂ ਵਿਨ। ਆਈ ਮੀਨ ਕਿਸਾਨਾਂ ਦੀ ਗੱਲ ਨਹੀਂ ਹੈ ਸਿਰਫ, ਇਹ ਚੀਜ਼ ਸਾਰਿਆਂ ਤੇ ਐਂਡ ਆਫ ਦ ਡੇ ਸਾਰਿਆਂ ਤੇ ਲਾਗੂ ਹੋਣੀ ਆ। ਤੇ ਰੋਟੀ ਆਪਾਂ ਵੀ ਖਾਂਦੇ ਆ, ਤੋ ਇਵੈਂਚੁਅਲੀ ਆਪਣੇ ਤੇ ਵੀ ਡਾਇਰੈਕਟ ਨਾ ਸਹੀ, ਇਨਡਾਇਰੈਕਟਲੀ ਇਫੈਕਟ ਹਰ ਇੱਕ ਨੂੰ ਹੋਣਾ ਆ। ਤੋ ਇਹਦੇ ਲਈ ਸੁਚੇਤ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ। ਕੀ ਹੋ ਰਿਹਾ, ਕਿੱਦਾਂ ਤੁਸੀਂ ਮਦਦ ਕਰ ਸਕਦੇ ਹੋ? ਅਗਰ ਧਰਨੇ ਲੱਗ ਰਹੇ ਆ ਜਾਂ ਕਿਸੇ ਤਰ੍ਹਾਂ ਦੀ ਵੀ ਹੈਲਪ ਤੁਸੀਂ ਕਰ ਸਕਦੇ ਹੋ ਇਹ ਅਵੇਅਰਨੈਸ ਫੈਲਾਉਣ ਵਾਸਤੇ ਬਾਕੀ ਲੋਕਾਂ ਨੂੰ, ਜਿਹੜੇ ਕਿਸਾਨ ਨਹੀਂ ਵੀ ਆ, ਤੇ ਤੁਸੀਂ ਆਪਣਾ ਪਾਰਟ ਜ਼ਰੂਰ ਪਲੇ ਕਰੋ। ਤੇ ਅਸੀਂ ਜਿੰਨਾ ਹੋ ਸਕਦਾ ਆ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਹ ਚੀਜ਼ ਨੂੰ ਸਪੋਰਟ ਕਰੀਏ। ਤੁਹਾਡੇ ਨਾਲ ਖੜੇ ਆ ਔਰ ਹਮੇਸ਼ਾ ਖੜੇ ਰਵਾਂਗੇ। ਓਕੇ, ਤੋ ਡਾਕੂਆਂ ਦਾ ਮੁੰਡਾ 2 ਤੇ ਵਾਪਸ ਆਉਂਦੇ ਹਾਂ। ਡਾਕੂਆਂ ਦਾ ਮੁੰਡਾ ਜਦੋਂ ਆਈ ਸੀ ਅੱਛੀ ਉਹਨੂੰ ਰਿਸਪੌਂਸ ਮਿਲਿਆ ਸੀਗਾ ਲੋਕਾਂ ਵੱਲੋਂ, ਦਰਸ਼ਕਾਂ ਵੱਲੋਂ, ਔਰ ਪਸੰਦ ਕੀਤਾ ਗਿਆ ਸੀ, ਕਿਉਂਕਿ ਪਹਿਲੇ ਇੱਕ ਨੋਵਲ ਵੀ ਹੈ ਡਾਕੂਆਂ ਦਾ ਮੁੰਡਾ ਜੋ ਮਿੰਟੂ ਗੁਰਸਰੇ ਨੇ ਹੀ ਲਿਖਿਆ ਹੋਇਆ ਹੈ। ਉਸ ਤੋਂ ਬਾਅਦ ਜਦੋਂ ਫਿਲਮ ਬਣੀ ਤਾਂ ਲੋਕਾਂ ਨੂੰ ਥੋੜ੍ਹਾ ਜਿਹਾ ਹੋਇਆ ਕਿ ਹਾਂ ਕੁਝ ਅਲੱਗ ਆਇਆ ਹੈ। ਹੁਣ ਡਾਕੂਆਂ ਦਾ ਮੁੰਡਾ 2 ਤੋਂ ਵੀ ਓਬਵੀਅਸਲੀ ਬਹੁਤ ਸਾਰੀ ਐਕਸਪੈਕਟੇਸ਼ਨਸ ਹੋਣਗੀਆਂ ਲੋਕਾਂ ਦੀਆਂ। ਸੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਲੱਗਦਾ ਹੈ ਕਿ ਹਮੇਸ਼ਾ ਵੈਸੇ ਇੱਕ ਤਾਂ ਮਿਥ ਬਣਿਆ ਹੋਇਆ ਕਿ ਜਦੋਂ ਕਿਸੇ ਚੀਜ਼ ਦਾ ਸੈਕਿੰਡ ਪਾਰਟ ਬਣਦਾ ਹੈ ਸੋ ਸੈਕਿੰਡ ਪਾਰਟ ਉਨਾ ਸਕਸੈਸਫੁਲ ਨਹੀਂ ਹੋ ਪਾਉਂਦਾ, ਇਹ ਲੋਕੀ ਜ਼ਿਆਦਾ ਐਕਸਪੈਕਟ ਕਰ ਲੈਂਦੇ ਕਿ ਉਸ ਲੈਵਲ ਤੇ ਨਹੀਂ ਪਹੁੰਚ ਪਾਉਂਦਾ। ਸੀ ਇਹ ਜਿਹੜੀ ਸਟੋਰੀ ਹੈ ਡਾਕੂਆਂ ਦਾ ਮੁੰਡਾ ਪਾਰਟ 2, ਠੀਕ ਹੈ, 2 ਸੌਰੀ, ਬੇਸਡ ਔਨ ਟਰੂ ਸਟੋਰੀ, ਇੱਕ ਨਵੀਂ ਸਟੋਰੀ ਲੈ ਕੇ ਆਏ ਹਾਂ ਅਸੀਂ। ਇਹ ਮੰਗਾ ਜੀ ਨੇ, ਉਹਨਾਂ ਦੀ ਸਟੋਰੀ ਹੈਗੀ ਆ, ਉਹਨਾਂ ਨੇ ਲਿਖੀ ਆ। ਇਹ ਇਨਫੈਕਟ ਉਹਨਾਂ ਦੀ ਹੱਡ ਬੀਤੀ ਆ। ਸੋ ਉਹਨੂੰ ਪੜ੍ਹਦੇ ਤੇ ਮਨਦੀਪ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਫਿਲਮਾਉਣਾ, ਮੈਨੂੰ ਇਸ ਚੀਜ਼ 'ਚ ਕੋਈ ਸ਼ੱਕ ਨਹੀਂ ਹੈਗਾ। ਔਰ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ। ਸਟੋਰੀ ਵੀ ਨਵੀਂ ਆ, ਮੈਂ ਪਹਿਲਾਂ ਵੀ ਦੇਖੀ ਆ, ਔਰ ਜਦੋਂ ਮੈਂ ਹੁਣ ਵਾਲੀ ਆਪਣੀ ਪੜ੍ਹਦੀ ਹਾਂ, ਸਕ੍ਰਿਪਟ ਪੜ੍ਹਦੀ ਹਾਂ, ਤਾਂ ਬਹੁਤ ਅੰਤਰ ਆ, ਬਹੁਤ ਫਰਕ ਆ। ਨੋ ਡਾਊਟ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਕੁਝ ਨਵਾਂ ਹੁਣ ਲੈ ਕੇ ਆਈਏ। ਸੋ ਪਹਿਲਾਂ ਨਾਲੋਂ ਡਿਫਰੈਂਟ ਹੋਏਗੀ। ਐਂਡ ਇਹ ਤਾਂ ਹੁਣ ਆਡੀਅנס ਦੇ ਹੱਥ ਦੇ ਵਿੱਚ ਆ ਕਿ ਇਹਨਾਂ ਨੇ ਉਹਨੂੰ ਐਕਸੈਪਟ ਕਰਨਾ, ਕਿੱਦਾਂ ਕਰਨਾ ਹੈ, ਹੈ ਨਾ, ਆਪਣਾ ਕੰਮ ਹੈਗਾ ਬਣਾਉਣ ਦਾ। ਸੋ ਦੈਟਸ ਦ ਥਿੰਗ। ਸੋ ਜਬ ਜੀ ਹੁਣ ਤੁਸੀਂ ਜਦੋਂ ਆਪਣਾ ਸ਼ੂਟ ਸਟਾਰਟ ਕਰ ਦੋਗੇ, ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਜਦੋਂ ਸਿਨੇਮਾ ਘਰ ਖੁੱਲ੍ਹ ਤਾਂ ਗਏ ਹੈ, ਵੈਸੇ ਪ੍ਰੋਪਰ ਵੇ ਨਾਲ ਜਦੋਂ ਖੁੱਲ੍ਹਣਗੇ, ਜਦੋਂ ਨਵੀਆਂ ਫਿਲਮਾਂ ਲੱਗਣਗੀਆਂ, ਤੁਹਾਨੂੰ ਲੱਗਦਾ ਹੈ ਕਿ ਪੈਂਡੈਮਿਕ ਦੀ ਵਜ੍ਹਾ ਨਾਲ, ਕਿਉਂਕਿ ਹਜੇ ਖਤਮ ਨਹੀਂ ਹੋਇਆ ਸਟਿਲ ਪੈਂਡੈਮਿਕ, ਹਜੇ ਬਹੁਤ ਜਗ੍ਹਾ ਤੇ ਕੇਸਿਸ ਜਿਹੜੇ ਵੱਧ ਰਹੇ ਹੈ, ਸੋ ਤੁਹਾਨੂੰ ਲੱਗਦਾ ਹੈ ਕਿ ਲੋਕੀ ਉਸ ਤਰੀਕੇ ਨਾਲ ਆ ਪਾਉਣਗੇ ਜਾਂ ਆਪਣਾ ਮਾਈਂਡ ਸੈਟ ਕਰਨਗੇ ਕਿ ਹਾਂ ਅਸੀਂ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਫਿਲਮ ਦੇਖਣੀ ਹੈ? ਦੇਖੋ, ਨੋ ਡਾਊਟ ਕਈਆਂ ਦੇ ਦਿਮਾਗ ਦੇ ਵਿੱਚ ਅਜੇ ਵੀ ਇਹ ਚੀਜ਼ ਹੈ ਕਰੋਨਾ ਨੂੰ ਲੈ ਕੇ, ਹੈ ਕਿ ਮਤਲਬ ਹੁਣ ਤੱਕ ਕੇਸਿਸ ਵੀ ਇਨਕਰੀਜ਼ ਹੋ ਗਏ ਨੇ, ਡੈਥ ਰੇਟ ਵੀ ਉੱਪਰ ਚਲਾ ਗਿਆ ਵਾ। ਸੋ ਇਹ ਚੀਜ਼ ਇੱਕ ਡਾਊਟ ਤਾਂ ਪੈਦਾ ਕਰਦੀ ਹੈ ਕਿ ਜਾਈਏ ਕਿ ਨਾ ਜਾਈਏ, ਹੈ ਨਾ। ਔਖਾ ਤੇ ਹੋਏਗਾ ਹੀ, ਬਟ ਇਵੈਂਚੁਅਲੀ ਥਿੰਗਸ ਵਿਲ ਬੀ ਫਾਈਨ। ਮੈਨੂੰ ਪੂਰੀ ਉਮੀਦ ਹੈ ਕਿ ਸਾਰਾ ਕੁਝ ਨਾਰਮਲ ਹੋ ਜਾਏਗਾ। ਬਾਕੀ ਆਪਣੀ 2021 ਦੇ ਵਿੱਚ ਰਿਲੀਜ਼ ਹੈਗੀ ਆ, ਤਾਂ ਅਜੇ ਟਾਈਮ ਹੈ। ਲੈਟਸ ਸੀ, ਅਜੇ ਤਾਂ ਮੇਕਿੰਗ ਸ਼ੁਰੂ ਹੋਣੀ ਹੈ ਕੱਲ੍ਹ
ਤੋਂ ਅਜੇ ਤਾਂ ਸਮਾਂ ਪਿਆ ਕਾਫੀ ਯੂ نو ਬਟ ਜਿਹੜੇ ਵੀ ਹਾਲਾਤ ਚੱਲ ਰਹੇ ਮੈਂ ਤਾਂ ਸਾਰਿਆਂ ਨੂੰ ਇਹੀ ਕਹਾਂਗੀ ਪਲੀਜ਼ ਸਟੇ ਸੇਫ ਕੋਈ ਪਤਾ ਨਹੀਂ ਲੱਗਦਾ ਇੰਨੇ ਜ਼ਿਆਦਾ ਸਕੈਪਟੀਕਲ ਨੇ ਲੋਕ ਕਿ ਮੈਂ ਇਨਫੈਕਟ ਕਿਤੇ ਉਹ ਨਾ ਨੇਲਸ ਦਾ ਕੰਮ ਕਰਾਉਣ ਗਈ ਸੀ ਤੇ ਉਹ 'ਤੇ ਫੋਨ ਕਰਕੇ ਪੁੱਛ ਰਹੇ ਨੇ ਕਿ ਤੁਹਾਡੇ ਪ੍ਰੋਪਰ ਸੋਸ਼ਲ ਡਿਸਟੈਂਸ ਮੇਨਟੇਨ ਹੈਗਾ ਕਿੰਨੇ ਕਸਟਮਰਸ ਬੈਠੇ ਨੇ ਕਿ ਤੁਸੀਂ ਹਾਈਜੀਨ ਫੋਲੋ ਕਰ ਰਹੇ ਹੋ ਹੈ ਨਾ ਮਤਲਬ ਫੋਨ ਕਰਕੇ ਪਹਿਲਾਂ ਲੋਕੀ ਪੁੱਛਦੇ ਨੇ ਫਿਰ ਜਾਂਦੇ ਨੇ ਅਦਰਵਾਈਜ਼ ਕੋਈ ਉਹ ਨਹੀਂ ਆ ਤਾਂ ਮੇ ਬੀ ਸ਼ਾਇਦ ਸੇਮ ਸਿਨੇਮਾ ਦੇ ਵਿੱਚ ਹੋਵੇ ਜੇ ਖੋਲ੍ਹਤੇ ਤਾਂ ਕਿੰਨੇ ਲੋਕ ਬੈਠੇ ਨੇ ਸਾਰਾ ਪੁੱਛਿਆ ਜਾਵੇ ਕੀ ਪ੍ਰੀਕਾਸ਼ਨਸ ਲੈ ਰਹੇ ਹੋ ਤੁਸੀਂ ਤਾਂ ਹੋ ਸਕਦਾ ਇਹ ਚੀਜ਼ ਇੱਕ ਐਡ ਔਨ ਹੋ ਗਈ ਆ ਕਿ ਇਹ ਨਹੀਂ ਕਿ ਟਿਕਟਾਂ ਲਈਆਂ ਤਾਂ ਚਲੋ ਜੀ ਚੱਲੀਏ ਪਹਿਲਾਂ ਬਹੁਤ ਕੁਛ ਯੂ ਹੈਵ ਟੂ ਬਹੁਤ ਦੇਖਦੇ ਸੀ ਆਪਾਂ ਪਹਿਲੇ ਬਿਲਕੁਲ ਸੋ ਜਬ ਜੀ ਗੁੱਡ ਲੱਕ ਤੁਹਾਨੂੰ ਇਸ ਫਿਲਮ ਦੇ ਲਈ ਕਿਉਂਕਿ ਕੱਲ ਤੋਂ ਸ਼ੂਟ ਸਟਾਰਟ ਹੋ ਰਿਹਾ ਹੈ ਅਸੀਂ ਹੀ ਕਵਾਂਗੇ ਕਿ ਇੱਕ ਨਵਾਂ ਕਿਰਦਾਰ ਜਿਹੜਾ ਜਬ ਜੀ ਪਲੇ ਕਰਨ ਜਾ ਰਹੇ ਉਸ ਨੂੰ ਵੀ ਲੋਕੀ ਬਹੁਤ ਜ਼ਿਆਦਾ ਪਸੰਦ ਕਰਨ ਜਾਂਦੇ ਜਾਂਦੇ ਸਾਡੇ ਵਿਊਅਰਸ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਵਿਊਅਰਸ ਨੂੰ ਇਹੀ ਕਹਿਣਾ ਚਾਹਾਂਗੀ ਕਿ ਜਿੱਦਾਂ ਦਾ ਮਾਹੌਲ ਚੱਲ ਰਿਹਾ ਵਾ ਤੁਸੀਂ ਸਾਰੇ ਜਾਣੇ ਸੇਫ ਰਹੋ ਸਟੇ ਸੇਫ ਸਟੇ ਹੈਪੀ ਅਗਰ ਕਿਸੇ ਨੂੰ ਮਦਦ ਦੀ ਲੋੜ ਹੈ ਤਾਂ ਜ਼ਰੂਰ ਕਰੋ ਪਿੱਛੇ ਨਾ ਹਟੋ ਲਾਈਫ ਬਹੁਤ ਛੋਟੀ ਆ ਜਿੰਨਾ ਹੋ ਸਕਦਾ ਆ ਤੁਸੀਂ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰੋ ਤਾਂ ਮੇਰਾ ਇਹ ਮੈਸੇਜ ਬਹੁਤ ਲੰਬਾ ਹੋਈ ਜਾ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਾਂਗੀ ਕਿ ਹਮੇਸ਼ਾ ਖੁਸ਼ ਰਹੋ ਤੇ ਚੜ੍ਹਦੀ ਕਲਾ 'ਚ ਰਹੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਇਹ ਸੰਸਾਰ ਨਾਲ ਜਪਜੀ ਖਹਿਰਾ ਜੀ ਔਰ ਅਸੀਂ ਦੇਖਾਂਗੇ ਕਿ ਡਾਕੂਆਂ ਦਾ ਮੁੰਡਾ 2 ਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਨਵਾਂ ਕਿਰਦਾਰ ਹੈ ਇੱਕ ਵਾਲੀਬਾਲ ਦੇ ਪਲੇਅਰ ਦੇ ਤੌਰ ਤੇ ਉਹ ਦੇਖਣਗੇ ਔਰ ਕਿਸ ਤਰ੍ਹਾਂ ਦਾ ਉਹ ਕਿਰਦਾਰ ਉਹ ਪਲੇ ਕਰਦੇ ਨੇ ਔਰ ਕਿਸ ਤਰ੍ਹਾਂ ਤੁਸੀਂ ਉਸ ਨੂੰ ਪਸੰਦ ਕਰਦੇ ਹੋ ਸੋ ਥੈਂਕ ਯੂ ਸੋ ਮਚ ਮਿਲਦੇ ਅਗਲੀ ਵਾਰ ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ